manager. Functions of office manager कि office manager जेड़ा हुंदा है उसने की काम करने हुंदे है, ठीक है। हाँ जी, functions जेड़े ने office manager दे जो office दे विच काम हुंदे ने बेटे वो सारे काम उन्हें करवाने हुंदे ने office manager ने। ऑफिस ਦੇ ਵਿੱਚ ਕਿਹੜੇ-ਕਿਹੜੇ ਕੰਮ ਹੁੰਦੇ ਨੇ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਆਫਿਸ ਦੇ ਵਿੱਚ ਸਾਰਾ ਡਾਟਾ ਰਿਕਾਰਡ ਹੁੰਦਾ ਹੈ, ਠੀਕ ਹੈ, ਕੀਤਾ ਜਾਂਦਾ ਹੈ, ਰਿਕਾਰਡ ਕੀਤਾ ਜਾਂਦਾ ਹੈ, ਉਹਦਾ ਐਨਾਲਿਸਿਸ ਕੀਤਾ ਜਾਂਦਾ ਹੈ, ਸਾਰੇ ਸੈਲਰੀਜ਼ ਦਾ ਰਿਕਾਰਡ, ਅਕਾਊਂਟਸ ਦਾ ਰਿਕਾਰਡ ਐਂਡ ਅਦਰ ਸਾਰੇ ਜਿੰਨੇ ਵੀ ਪਾਲਿਸੀਜ਼ ਵਗੈਰਾ ਬਣਾਈਆਂ ਜਾਂਦੀਆਂ ਨੇ ਐਗਜ਼ੀਕਿਊਟ ਕਰਵਾਇਆ ਜਾਂਦਾ, ਸਭ ਨੂੰ ਕੰਮ ਅਸਾਈਨ ਕੀਤੇ ਜਾਂਦੇ ਨੇ, ਸਾਰਾ ਜਿਹੜਾ ਹੈ ਕੰਮ ਇਹ ਆਫਿਸ ਦਾ ਹੁੰਦਾ ਹੈ। ਸੋ ਆਫਿਸ ਦੀ ਇੱਕ ਵੈਰੀ ਇੰਪੋਰਟੈਂਟ ਪਲੇਸ ਹੁੰਦੀ ਹੈਗੀ ਹੈ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ, ਠੀਕ ਹੈ। ਤੇ ਇਹ ਸਾਰਾ ਕੁਝ ਕਰਵਾਉਣਾ ਕਿਹਨੇ ਹੁੰਦਾ? ਆਫਿਸ ਮੈਨੇਜਰ ਨੇ ਕਰਵਾਉਣਾ ਹੁੰਦਾ, ਠੀਕ ਹੈ। ਆਫਿਸ ਮੈਨੇਜਰ ਕੀ ਕਰਵਾਉਂਦਾ, ਮਤਲਬ ਉਹਦੇ ਕੀ ਕੰਮ ਹੁੰਦੇ ਨੇ। ਫਰਸਟ ਜਿਹੜਾ ਹੈ ਉਹਦਾ ਕੰਮ ਹੈ ਪਲੈਨਿੰਗ ਦਾ ਆਫਿਸ ਵਰਕ, ਠੀਕ ਹੈ। ਉਹਨੇ ਪਲੈਨਿੰਗ ਕਰਨੀ ਹੁੰਦੀ ਹੈ ਕਿ ਆਫਿਸ ਦੇ ਵਿੱਚ ਕਿਹੜਾ ਕੰਮ ਕਰਵਾਉਣਾ ਹੈ, ਠੀਕ ਹੈ। ਉਹਨੇ ਇਹ ਪਲੈਨਿੰਗ ਦੇ ਵਿੱਚ ਕੀ ਆਂਦਾ ਕਿ what to do, ਠੀਕ ਹੈ, what to do, when to do, ਕਿ ਕਦੋਂ ਕਰਨਾ ਹੈ, how to do, ਕਿ ਕਿਵੇਂ ਕੀਤਾ ਜਾਏਗਾ, ਠੀਕ ਹੈ, who will do, ਠੀਕ ਹੈ। ਜੇ ਆਪਾਂ ਕਹੀਏ ਤਾਂ ਇਹਦੇ ਵਿੱਚ ਹੋਏਗਾ what to do, ਕੀ ਕਰਨਾ ਹੈ, when to do, ਕਦੋਂ ਕਰਨਾ ਹੈ, how to do, ਕਿਵੇਂ ਕਰਨਾ ਹੈ, who will do, ਠੀਕ ਹੈ, ਕੌਣ ਕਰੇਗਾ, ਠੀਕ ਹੈ। ਇਹ ਸਾਰਾ ਕੁਝ ਜਿਹੜਾ ਹੈ ਆਫਿਸ ਮੈਨੇਜਰ ਸਭ ਤੋਂ ਪਹਿਲੇ ਡਿਸਾਈਡ ਕਰਦਾ ਹੈ, ਠੀਕ ਹੈ। ਤਾਂ ਹੀ ਜਿਹੜਾ ਹੈ ਜਿਹੜੇ ਉਹਨੂੰ ਆਬਜੈਕਟਿਵਸ ਮਿਲੇ ਨੇ ਉਹ ਅਚੀਵ ਕਰ ਪਾਏਗਾ ਕਿਸੇ ਵੀ ਆਰਗੇਨਾਈਜੇਸ਼ਨ ਦੇ। ਉਹਨੇ ਆਪਣੇ ਸਬੋਰਡੀਨੇਟਸ ਤੋਂ ਕੰਮ ਕਰਵਾਣੇ ਹੁੰਦੇ ਨੇ ਤਾਂ ਉਹ ਸਾਰਾ ਇਹ ਪਲਾਨ ਕਰੇਗਾ ਕਿ ਮੈਂ ਕਿਸ ਤੋਂ ਕੰਮ ਕਰਵਾਣਾ ਹੈ, ਕਿਹੜੇ ਕੰਮ ਕਰਵਾਣੇ ਨੇ, ਕਦੋਂ ਕਰਵਾਣੇ ਨੇ, ਕਿਹਦੇ ਤੋਂ ਮੈਂ ਕਰਵਾਣੇ ਨੇ, ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈ ਚੈੱਕ ਕਰੇਗਾ। ਪਹਿਲਾਂ ਉਹਦੀ ਪਲੈਨਿੰਗ ਬਣਾ ਲੇਗਾ, ਠੀਕ ਹੈ, ਪਲਾਨ ਕਰ ਲੇਗਾ, ਸੋਚ ਲਏਗਾ ਜਾਂ ਲਿਖ ਕੇ ਰੱਖ ਲੇਗਾ, ਕੁਝ ਵੀ ਕਰ ਸਕਦਾ ਉਹ। ਇਹਨੂੰ ਥਿੰਕਿੰਗ ਪ੍ਰੋਸੈਸ ਕਹਿੰਦੇ ਨੇ। ਕੰਮ ਕਰਵਾਉਣ ਤੋਂ ਪਹਿਲਾਂ ਉਹ ਸੋਚੇਗਾ, ਠੀਕ ਹੈ, ਦੈਨ ਫਿਰ ਉਹ ਆਰਗੇਨਾਈਜ਼ ਕਰੇਗਾ ਸਾਰੇ ਵਰਕ ਨੂੰ ਆਰਗੇਨਾਈਜ਼ ਕਰੇਗਾ, ਠੀਕ ਹੈ। ਕੀ ਹੁੰਦਾ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੇ ਕੰਮ ਕਰਵਾਏ ਜਾਂਦੇ ਆ ਨਾ, ਪਹਿਲਾਂ ਤਾਂ ਉਹਨਾਂ ਸਾਰੇ ਕੰਮਾਂ ਨੂੰ ਆਪਾਂ ਲਿਖ ਲਈਏ ਕਿ ਕਿਹੜੇ ਕੰਮ ਆਪਾਂ ਨੇ ਕਰਵਾਣੇ ਨੇ। ਫਿਰ ਉਹਦੇ ਵਿੱਚ ਕੀ ਕੀਤਾ ਜਾਂਦਾ ਹੈ, ਜਿਹੜੇ ਇੱਕ ਤਰ੍ਹਾਂ ਦੇ ਕੰਮ ਹੁੰਦੇ ਨੇ ਨਾ ਉਹਨਾਂ ਨੂੰ ਇੱਕ ਜਗ੍ਹਾ ਤੇ ਕੈਟੇਗਰਾਈਜ਼ ਕਰ ਲਿਆ ਜਾਂਦਾ, ਮਤਲਬ ਕਲਾਸੀਫਾਈ ਕਰ ਲਿਆ ਜਾਂਦਾ ਹੈ। ਜਿਵੇਂ 4 ਗਰੁੱਪਸ ਦੇ ਵਿੱਚ ਤੁਸੀਂ ਕੰਮਾਂ ਨੂੰ ਡਿਵਾਈਡ ਕਰ ਲਓ ਕਿ ਤੁਹਾਡੇ ਕੋਲ 4 ਬੰਦੇ ਨੇ, ਉਹਨਾਂ 4ਾਂ ਤੋਂ ਤੁਸੀਂ ਕੰਮ ਕਰਵਾਣਾ ਹੈ ਤਾਂ ਤੁਸੀਂ ਜਿਹੜਾ ਕੰਮ ਵੀ ਜਿੰਨੇ ਹੈਗੇ ਨੇ ਉਹ 4 ਪਾਰਟਸ ਦੇ ਵਿੱਚ ਡਿਵਾਈਡ ਕਰ ਲਓ। ਇੱਕ ਤਰ੍ਹਾਂ ਦੀਆਂ ਐਕਟੀਵਿਟੀਜ਼ ਇੱਕ ਸਾਈਡ ਤੇ ਕਰ ਦਿਓ, ਦੂਜੀ ਤਰ੍ਹਾਂ ਦੀਆਂ ਦੂਜੇ ਪਾਸੇ ਕਰ ਦਿਓ। ਜਿਹੜੇ ਕੰਮ ਕਰਵਾਏ ਜਾਣੇ ਨੇ ਇੱਕ ਤਰ੍ਹਾਂ ਦੇ ਇੱਕ ਜਗ੍ਹਾ ਤੇ, ਫਿਰ ਦੂਜੀ ਤਰ੍ਹਾਂ ਦੇ, ਫਿਰ ਤੀਜੀ ਤਰ੍ਹਾਂ ਦੇ, ਤਾਂ ਫਿਰ ਉਹਨਾਂ 4ਾਂ ਨੂੰ ਅਲੱਗ-ਅਲੱਗ ਜਿਹੜੇ ਆ ਕੰਮ ਕਰਨ ਨੂੰ ਕਿਹਾ ਜਾ ਸਕਦਾ। ਅਸਾਈਨ ਕਰ ਦੋ ਕਿ ਤੂੰ ਕਿਹੜੇ ਕੰਮ ਕਰਨੇ ਨੇ, ਪਹਿਲੇ ਨੇ ਕਿਹੜੇ ਕਰਨੇ ਨੇ, ਦੂਜੇ ਨੇ ਕਿਹੜੇ ਕਰਨੇ ਨੇ, ਠੀਕ ਹੈ। ਤੇ ਨਾਲ ਹੀ ਉਹਨਾਂ ਦੀ ਰਿਸਪੌਂਸਿਬਿਲਟੀ ਫਿਕਸ ਕਰ ਦੋ, ਠੀਕ ਹੈ। ਉਹਨਾਂ ਨੂੰ ਹਰ ਹਾਲਤ ਦੇ ਵਿੱਚ ਅਥਾਰਟੀ ਦੇ ਦਿਓ ਵੀ ਜਿਵੇਂ ਵੀ ਮਰਜ਼ੀ ਹੋਵੇ ਤੁਸੀਂ ਇਹ ਕੰਮ ਕਰਨੇ ਨੇ, ਤੁਹਾਨੂੰ ਕਰਨੇ ਪੈਣਗੇ, ਠੀਕ ਹੈ। ਤਾਂ ਫਿਰ ਉਸ ਬੰਦੇ ਦੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਕਿ ਵੀ ਮੈਂ ਇਹ ਕੰਮ ਕਰਨਾ। ਤਾਂ ਫਿਰ ਜੇ ਉਹਨੂੰ ਹਰ ਹਾਲਤ 'ਚ ਉਹ ਕੰਮ ਕਰਨਾ ਹੀ ਪੈਂਦਾ ਤੇ ਜੇ ਉਹਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹ ਹੈਲਪ ਜ਼ਰੂਰ ਮੰਗ ਸਕਦਾ ਹੈ ਮੈਨੇਜਰ ਤੋਂ, ਬਟ ਕੰਮ ਉਹਨੂੰ ਸਾਰਾ ਜਿਹੜਾ ਹੈ ਉਹ ਕਰਨਾ ਪਏਗਾ। ਇਹਨੂੰ ਕਹਿੰਦੇ ਨੇ ਪਹਿਲਾਂ ਤਾਂ ਤੁਸੀਂ ਸੋਚਿਆ ਕਿਹੜੇ ਕੰਮ ਕਰਵਾਣੇ ਨੇ। ਆਰਗੇਨਾਈਜ਼ਿੰਗ ਦੇ ਵਿੱਚ ਹੁੰਦਾ ਕਿ ਕੰਮ ਅਸਾਈਨ ਕਰ ਦੇਣੇ ਨੇ, ਕੌਣ ਕਿਹੜਾ ਕੰਮ ਕਰੇਗਾ, ਠੀਕ ਹੈ। ਫਿਰ ਅੱਗੇ ਹੈ ਸਟਾਫਿੰਗ, ਕਿੰਨਾ ਸਟਾਫ ਚਾਹੀਦਾ ਆਰਗੇਨਾਈਜੇਸ਼ਨ ਦੇ ਵਿੱਚ। ਇਹ ਸਾਰਾ ਕੁਝ ਜਿਹੜਾ ਆਫਿਸ ਮੈਨੇਜਰ ਨੇ ਡਿਸਾਈਡ ਕਰਨਾ ਹੁੰਦਾ ਕਿ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਵਿੱਚ ਕਿੰਨੇ EMPLOYEES ਚਾਹੀਦੇ ਨੇ, ਕਿਸ ਤਰ੍ਹਾਂ ਦੇ ਚਾਹੀਦੇ ਨੇ, ਠੀਕ ਹੈ। ਫਿਰ ਉਹਨਾਂ ਦੀ ਕਿੱਦਾਂ ਸਿਲੈਕਸ਼ਨ ਕੀਤੀ ਜਾਏ, ਉਹਨਾਂ ਦੀ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ, ਐਕਸਪੀਰੀਅੰਸ ਕਿੰਨਾ ਹੋਊਗਾ ਉਹਨਾਂ ਨੂੰ, ਠੀਕ ਹੈ, ਕਿਸ ਤਰ੍ਹਾਂ ਦੇ ਚਾਹੀਦੇ ਹੈ, ਇਹ ਸਾਰਾ ਕੁਝ ਜਿਹੜੀ ਹੈ ਉਹਨਾਂ ਦੀ ਸੈਲਰੀ ਕਿੰਨੀ ਹੋਊਗੀ, ਉਹਨਾਂ ਦੀ ਇੰਟਰਵਿਊ ਕਰਨੀ ਹੈ, ਕੁਝ ਵੀ ਕਰਨਾ ਹੈ, ਉਹ ਸਾਰਾ ਕੁਝ ਜਿਹੜਾ ਹੈਗਾ ਆਫਿਸ ਮੈਨੇਜਰ ਦੀ ਡਿਊਟੀ ਹੁੰਦੀ ਹੈ
पूरे परसनेल नू जिहड़ा है एस्टैब्लिश करना है। एक जिहड़े एम्प्लॉइज हैगे ने उन्हां दी गिणती किन्नी होगी, क्वालिफिकेशन की होगी, किन्ने, ये सारा कुछ सिलेक्शन करनी, उन्हां नू ट्रेनिंग देनी, काम दे लई तैयार करना, उन्हां नू काम मोटिवेट करना, किस तरह दीयां पॉलिसीज जिहड़ियां बनाईयां जाणगियां। तां ये जिहड़े एम्प्लॉइज ने उन्हां दे संबंध दे विच सारी प्लैनिंग और रिक्रूटमेंट, उन्हां दी ट्रेनिंग सब कुछ जिहड़ा हैगा ਉਹ ऑफिस मैनेजर ने डिसाइड करना ਹੁੰਦਾ है। ठीक है, फिर ਉਹਦੇ ਵਿੱਚ ਉਹ ਲੀਡ ਵੀ ਕਰੇਗਾ। ਜਿਹੜਾ ਆਫਿਸ ਮੈਨੇਜਰ ਹੋਏਗਾ ਉਹ ਕੰਮ ਦੇ ਸੰਬੰਧ ਦੇ ਵਿੱਚ ਆਫਿਸ ਦੇ ਵਿੱਚ ਲੀਡ ਵੀ ਕਰੇਗਾ। ਠੀਕ ਹੈ, ਉਹ ਸਮੂਥਲੀ ਵਰਕ ਕਰੇ ਜਿਹੜੀ ਆਰਗੇਨਾਈਜੇਸ਼ਨ ਹੈ। ਠੀਕ ਹੈ, ਉਹ ਅੱਗੇ ਵਧ ਕੇ ਉਹਨਾਂ ਨੂੰ ਕੰਮ ਕਰਨਾ ਵੀ ਸਿਖਾਏਗਾ, ਕਰਕੇ ਵੀ ਦਿਖਾਏਗਾ। ਠੀਕ ਹੈ, ਇਨੀਸ਼ੀਏਟਿਵ ਲਏਗਾ ਸਾਰੇ ਕੰਮ ਦਾ। ਠੀਕ ਹੈ, ट्रेनिंग ਦਾ ਜਿਹੜਾ ਹੈ ਪ੍ਰਬੰਧ ਵੀ ਕਰੇਗਾ, ट्रेनिंग भी देगा। ਜਿਹੜੇ EMPLOYEES ਤੋਂ ਕੰਮ ਕਰਵਾਣਾ ਹੈਗਾ ਉਹਨਾਂ ਨੂੰ ਦੇ ਲਈ ट्रेनिंग प्रोग्राम्स बनाएगा। ਜੇ ਤਾਂ ਉਹ ਖੁਦ ਜਿਹੜਾ ਹੈਗਾ ਦੇ ਸਕਦਾ ਹੈਗਾ ट्रेनिंग ਉਹਨਾਂ ਨੂੰ। ठीक है, ट्रेनिंग मीन्स काम करना सिखाना। ठीक है, पढ़े लिखे ਤਾਂ क्वालिफाइड ਤਾਂ ਉਹਨੇ EMPLOYEES ਰੱਖ ਲੇ, लेकिन ऑर्गेनाइजेशन ਦੇ ਵਿੱਚ ਜਿਹੜਾ ਕੰਮ ਕਰਵਾਣਾ ਹੈ ਕਿਵੇਂ ਚੱਲ ਰਿਹਾ, ਕੀ ਰੂਲਸ ਨੇ ऑर्गेनाइजेशन ਦੇ, ਉਹ ਸਾਰਾ ਕੁਝ ਉਹਨੂੰ ਸਮਝਾਉਣਾ ਪਏਗਾ। ਕਿਉਂਕਿ डिफरेंट मशीनां ਹੁੰਦੀਆਂ ਨੇ ਜਿਨ੍ਹਾਂ ਤੇ ਕੰਮ ਕਰਵਾਉਣਾ ਹੁੰਦਾ ਹੈ। ਤਾਂ ਉਹ ਸਾਰਾ ਕੁਝ ਜਿਹੜਾ ट्रेनिंग ਦਾ ਪ੍ਰਬੰਧ ਜਿਹੜਾ ਹੈਗਾ ਆਫਿਸ ਮੈਨੇਜਰ ਕਰੇਗਾ। ठीक है, नेक्स्ट ਜਿਹੜਾ ਉਹਦਾ ਫੰਕਸ਼ਨ ਹੈਗਾ ਉਹ ਹੈ ਕੋਆਰਡੀਨੇਸ਼ਨ। ठीक है, ਸਾਰਿਆਂ ਦੇ ਕੰਮਾਂ ਨੂੰ ਕੋਆਰਡੀਨੇਟ ਵੀ ਕਰੇਗਾ। कोऑर्डिनेट मीन्स कि सबने ਤਾਂ अपना अपना काम करना है, लेकिन एक ਦਾ ਕੰਮ ਦੂਜੇ ਨਾਲ ਰਿਲੇਟਡ ਹੁੰਦਾ, ਦੂਜੇ ਦਾ ਤੀਜੇ ਨਾਲ ਰਿਲੇਟਡ ਹੁੰਦਾ। ਉਹਨਾਂ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਨਾਲ ਮੀਡੀਏਟਰ ਦਾ ਕੰਮ ਕਰੇਗਾ, ਉਹ ਵਿਚੋਲੇ ਦਾ ਕੰਮ ਕਰੇਗਾ ਉਹਨਾਂ ਨੂੰ ਦੱਸਣ ਲਈ ਵੀ ਜਿਹੜਾ ਹੈ ਪੂਰੀ ਆਰਗੇਨਾਈਜੇਸ਼ਨ ਦਾ ਕੰਮ ਜਿਹੜਾ ਹੈ ਉਹਨੂੰ ਨੇਪਰੇ ਚਾੜਨ ਦੇ ਵਾਸਤੇ ਉਹ ਸਾਰੇ ਡਿਪਾਰਟਮੈਂਟਸ ਜਿਹੜੇ ਹੋਣਗੇ ਉਹਨਾਂ ਨੂੰ ਕੋਆਰਡੀਨੇਟ ਵੀ ਕਰੇਗਾ। फिर है वर्क मेजरमेंट। ठीक है, उन्होंने काम नू मेजर भी करेगा, मापेगा भी। सारे एम्प्लॉइज दे जिन्ना भी काम कीता हैगा उन्हों जिहड़ा है मापेगा। फिर देखेगा कि जिन्ना उन्हां नू काम दिता गया सी कि उन्ना ही उन्होंने काम कीता। ठीक है, घट वध तां नहीं कीता, जो भी उन्हें उहदे लई स्टेप्स उठाने ने ठीक करन लई वो डिसाइड करेगा। ठीक है, फिर मोटिवेट करेगा। बेटे ਕਿਸੇ ਤੋਂ ਵੀ ਕੰਮ ਕਰਵਾਣਾ ਹੋਏ ਨਾ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਕਿ ਹੁਣ MOP ਦਾ ਜਿਹੜਾ ਜੁਲਾਈ ਦਾ ਟੈਸਟ ਆ ਰਿਹਾ ਤੁਹਾਡਾ 40 ਮਾਰਕਸ ਦਾ ਹੋਊਗਾ। ਠੀਕ ਹੈ, ਤਾਂ ਮੈਂ ਇਹ ਚਾਹਾਂਗੀ ਕਿ ਸਾਰੇ ਬੱਚੇ ਜਿਹੜੇ ਆ 40 ਚੋਂ 40 ਮਾਰਕਸ ਲੈਣ। ਠੀਕ ਹੈ, ਤਾਂ ਉਹਦੇ ਲਈ ਫਾਇਦਾ ਤਾਂ ਬੱਚਿਆਂ ਨੂੰ ਹੀ ਹੈ ਕਿ ਅਸੀਂ ਲੈਣਾ, ਤਾਂ ਉਹ ਵੱਧ ਤੋਂ ਵੱਧ ਮਿਹਨਤ ਕਰਨਗੇ। ਠੀਕ ਹੈ, ਕਿਉਂਕਿ ਮੈਂ ਤੁਹਾਨੂੰ ਕਿੰਨੇ ਦਿਨ ਪਹਿਲਾਂ ਹੀ ਕਹਿਤਾ ਕਿ ਤੁਸੀਂ 40 ਚੋਂ 40 ਮਾਰਕਸ ਲੈਣੇ ਨੇ, ਆਪਣੀ ਤਿਆਰੀ ਕਰ ਲਓ, बहुत ईजी है। ਤੁਸੀਂ ਮੈਨੂੰ ਵੀ ਪੁੱਛ ਸਕਦੇ ਹੋ, ਕੁਝ ਵੀ ਹੈ ਤੁਸੀਂ ਉਹਦੇ ਅਕੋਰਡਿੰਗਲੀ ਜਿਹੜਾ ਹੈ ਤੁਸੀਂ ਤਿਆਰ ਹੋਗੇ ਕਿ ਹਾਂ ਅਸੀਂ ਪੇਪਰ ਦੇਣੇ ਨੇ। ਠੀਕ ਹੈ, ਕਿਉਂ ਇਸ ਲਈ ਤੁਹਾਨੂੰ ਮਹੀਨਾ ਪਹਿਲੇ ਜਿਹੜਾ ਹੈ ਡੇਟ ਸ਼ੀਟ ਤੁਹਾਡੇ ਹੱਥ 'ਚ 20 ਦਿਨ ਪਹਿਲਾਂ ਤੁਹਾਡੇ ਡੇਟ ਸ਼ੀਟ ਹੱਥ 'ਚ ਆ ਗਈ ਕਿ ਤੁਸੀਂ ਹੁਣ ਉਹ ਡੇਟ ਸ਼ੀਟ ਦੇਣਾ। ਨਹੀਂ ਤਾਂ ਤੁਹਾਨੂੰ 4 ਤਰੀਕ ਨੂੰ ਵੀ ਤਾਂ ਕਿਹਾ ਜਾ ਸਕਦਾ ਸੀ ਕਿ 5 ਨੂੰ ਤੁਹਾਡਾ ਪੇਪਰ ਹੈਗਾ। ਠੀਕ ਹੈ, ਬਟ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ। ਤੁਹਾਨੂੰ 20 ਦਿਨ ਪਹਿਲਾਂ ਹੀ ਡੇਟ ਸ਼ੀਟ ਦੇ ਦਿੱਤੀ ਗਈ ਕਿ 5 ਤੋਂ ਤੁਹਾਡੇ ਪੇਪਰ ਨੇ, ਤਾਂ ਤੁਹਾਡੇ ਮਾਈਂਡ ਦੇ ਵਿੱਚ ਇੱਕ ਚੱਲਣ ਲੱਗ ਪਿਆ ਕਿ ਅਸੀਂ 5 ਤਰੀਕ ਤੋਂ ਪੇਪਰ ਦੇਣੇ ਨੇ, ਅਸੀਂ ਤਿਆਰੀ ਕਰੀਏ। ਮਤਲਬ ਤੁਹਾਨੂੰ ਇੱਕ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕੰਮ ਕਰਨ ਦੇ ਲਈ ਉਕਸਾਇਆ ਗਿਆ ਕਿ ਤੁਸੀਂ ਇੱਕ ਅੱਛਾ ਕੰਮ ਕਰ ਪਾਓ, ਤੁਸੀਂ ਕੁਝ ਅੱਛਾ ਰਿਜ਼ਲਟ ਪ੍ਰਾਪਤ ਕਰ ਸਕੋ। ਠੀਕ ਹੈ, ਤਾਂ ਉਹ ਮੋਟੀਵੇਟ ਕਰਨ ਦੇ ਬੜੇ ਸਾਰੇ ਢੰਗ ਹੁੰਦੇ ਨੇ। ਜਿਹੜੇ EMPLOYEES ਨੇ ਨਾ ਬੇਟੇ ਉਹਨਾਂ ਨੂੰ ਤਾਂ ਖਾਸ ਕਰਕੇ ਇਸ ਤਰ੍ਹਾਂ ਮੋਟੀਵੇਟ ਕੀਤਾ ਜਾਂਦਾ ਹੈ ਕਿ ਤੁਸੀਂ ਤੁਹਾਡੀ ਸੈਲਰੀ ਵਧੂਗੀ ਜਾਂ ਤੁਹਾਨੂੰ ਪ੍ਰਮੋਸ਼ਨ ਹੋ ਜੂਗੀ ਜਾਂ ਤੁਹਾਨੂੰ ਘਰ ਵੱਡਾ ਦੇ ਦਿੱਤਾ ਜਾਏਗਾ ਜਾਂ ਤੁਹਾਨੂੰ ਬੋਨਸ ਦਿੱਤਾ ਜਾਏਗਾ। ਇਸ ਤਰ੍ਹਾਂ ਦੇ ਪੈਸੇ ਸੰਬੰਧੀ ਜਾਂ ਸਿੱਧੀ ਥਾਪੜੀ ਦੇਤੀ ਜੇ 4 ਬੰਦਿਆਂ ਦੇ ਸਾਹਮਣੇ ਤੁਸੀਂ ਇੱਕ ਬੰਦੇ ਨੂੰ ਥਾਪੜੀ ਦੇ ਦਿਓ, ਜਿਵੇਂ ਤੁਹਾਡੀ ਸਕੂਲ ਦੇ ਵਿੱਚ ਹੁੰਦਾ ਕਿ ਜਿਹੜਾ ਬੱਚਾ ਫਸਟ ਆਂਦਾ ਉਹਨੂੰ ਸਟੇਜ ਤੇ ਖੜਾ ਕੇ ਕੋਈ ਨਾ ਕੋਈ ਪ੍ਰਾਈਜ਼ ਦੇ ਦਿੱਤਾ ਜਾਂਦਾ, ਤਾਂ ਬਾਕੀਆਂ ਨੂੰ ਲੱਗਦਾ ਵੀ ਇਹਨੂੰ ਮਿਲਿਆ ਤਾਂ ਅੱਗੋਂ ਮੈਂ ਵੀ ਕਰਾਂ। ਬਾਕੀ ਵੀ ਮੋਟੀਵੇਟ ਹੁੰਦੇ ਆ ਨਾ ਕਿ ਵੀ ਨੈਕਸਟ ਟਾਈਮ ਮੈਂ ਵੀ ਲਵਾਂ, ਕੁਛ ਨਾ ਕੁਛ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਅੱਛਾ ਕਿ ਮੈਨੂੰ ਵੀ ਸਟੇਜ ਤੇ ਥਾਪੜੀ ਮਿਲ ਜੇ। ਜਾਂ ਕਿਸੇ ਨੂੰ ਤੁਸੀਂ ਸਟੇਜ ਤੇ ਖੜਾ ਕਰਕੇ ਵੀ ਜੇ ਕਹਿ ਦੋ ਕਿ ਤੂੰ ਅੱਛਾ ਕਰ ਰਿਹਾ ਹੈ ਨਾ, ਜੇ ਸਟੇਜ ਤੇ ਖੜਾ ਕਰਕੇ ਵੀ ਆਪਾਂ ਕਿਸੇ ਨੂੰ ਕਹਿ ਦਈਏ ਕਿ ਤੂੰ ਅੱਛਾ ਕਰ ਰਿਹਾ ਨਾ, ਉਹਦੇ ਨਾਲ ਵੀ ਬਾਕੀ ਬੱਚੇ ਵੀ ਮੋਟੀਵੇਟ ਹੁੰਦੇ ਨੇ
ਤੇ ਜਿਹਨੂੰ ਆਪਾਂ ਸਟੇਜ ਤੇ ਖੜਾ ਕਰਕੇ ਸ਼ਾਬਾਸ਼ੀ ਦਿੱਤੀ ਹੈ ਉਹ ਵੀ ਅੱਗੇ ਕੁਝ ਹੋਰ ਅੱਛਾ ਕਰਨ ਦੀ ਜਿਹੜਾ ਹੈਗਾ ਸੋਚਦਾ ਹੈ, ਮੋਟੀਵੇਟ ਹੁੰਦਾ ਕੰਮ ਕਰਨ ਦੇ ਵਾਸਤੇ। ਠੀਕ ਹੈ, ਨੈਕਸਟ ਜਿਹੜਾ ਉਹਦਾ ਆਫਿਸ ਮੈਨੇਜਰ ਦਾ ਫੰਕਸ਼ਨ ਹੈ ਦੈਟ ਇਜ਼ डिसिप्लिन। डिसिप्लिन बना के रखेगा। ठीक है, मतलब कि जो भी रूल्स एंड रेगुलेशन हैगे ने ऑर्गेनाइजेशन दे ਉਹਦੇ ਅਕੋਰਡਿੰਗਲੀ ਜਿਹੜਾ ਹੈ ਸਾਰਿਆਂ ਤੋਂ ਕੰਮ ਕਰਵਾਏਗਾ। ਠੀਕ ਹੈ, ਤੇ ਉਸੇ ਹਿਸਾਬ ਦੇ ਨਾਲ ਸਭ ਨੂੰ ਸੈਲਰੀਜ਼ ਵਗੈਰਾ ਵੀ ਦੇਗਾ, ਤੇ ਜੇ ਕੋਈ ਝਗੜਾ ਹੈਗਾ ਤਾਂ ਉਹਦਾ ਵੀ ਨਿਪਟਾਰਾ ਕਰੇਗਾ। ਕਿਸੇ ਵੀ ਗ੍ਰੀਵੈਂਸ ਜੇ ਕੋਈ ਵੀ ਹੋਏਗਾ, ਝਗੜਾ ਹੋਏਗਾ ਕੋਈ ਵੀ ਆਫਿਸ ਸਟਾਫ ਦਾ, ਠੀਕ ਹੈ, ਉਹਨੂੰ ਵੀ ਅਟੈਂਡ ਕਰੇਗਾ ਤੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕਰੇਗਾ। ਉਹ ਆਫਿਸ ਦੇ ਸਾਰੇ EMPLOYEES ਨੂੰ ਨਾਲ ਲੈ ਕੇ ਚੱਲੇਗਾ। ਮੀਨਸ ਕਿ ਸਾਰਿਆਂ ਨੂੰ ਅਲੱਗ ਹੋ ਕੇ ਤਾਂ ਕਦੀ ਵੀ ਕੋਈ ਵੀ ਅਸੀਂ ਆਬਜੈਕਟ ਹਾਸਲ ਨਹੀਂ ਕਰ ਸਕਦੇ। ਤਾਂ ਝਗੜਿਆਂ ਤੋਂ ਝਗੜੇ ਜਿਹੜੇ ਉਹਨਾਂ ਦੇ ਆਪਸ ਦੇ ਵਿੱਚ ਹੈ ਉਹਨਾਂ ਨੂੰ ਜ਼ਰੂਰ ਖਤਮ ਕਰੇਗਾ, ਤਾਂ ਕਿ ਜਿਹੜੀ ਆਰਗੇਨਾਈਜੇਸ਼ਨ ਹੈ ਉਹਦੇ ਵਿੱਚ ਡਿਸਿਪਲਿਨ ਜਿਹੜਾ ਹੈ ਉਹ ਬਣਿਆ ਰਹੇ, ਕਿਉਂਕਿ ਡਿਸਿਪਲਿਨ ਬਣਾਏ ਰੱਖਣਾ ਜਿਹੜਾ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਹੈ। ਠੀਕ ਹੈ, ਨੈਕਸਟ ਉਹਦਾ ਟਾਸਕ ਹੈ ਅਕਾਊਂਟਿੰਗ। ਉਹਨੇ ਅਕਾਊਂਟਿੰਗ ਕਰਨੀ ਹੁੰਦੀ ਹੈ। ਅਕਾਊਂਟਿੰਗ ਤੁਸੀਂ ਹੁਣ ਸਿੱਖ ਵੀ ਰਹੇ ਹੋ ਬੇਟਾ। ਅਕਾਊਂਟਿੰਗ ਮੀਨਸ ਜਿੰਨੇ ਵੀ ਫਾਈਨੈਂਸ਼ੀਅਲ ਮੈਟਰਸ ਨੇ, ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨੇ, ਪੈਸੇ ਸੰਬੰਧੀ ਜਿੰਨੇ ਵੀ ਟ੍ਰਾਂਜੈਕਸ਼ਨਸ ਨੇ ਉਹ ਸਾਰੇ ਰਿਕਾਰਡ ਕਰਕੇ ਰੱਖਣੇ ਹੁੰਦੇ ਨੇ। ਠੀਕ ਹੈ, ਪੈਸੇ ਸੰਬੰਧੀ ਸਾਰਾ ਰਿਕਾਰਡ ਜਿਹੜਾ ਹੈ ਉਹਦੇ ਕੋਲ ਹੋਏਗਾ। ਠੀਕ ਹੈ, ਹਾਂਜੀ, ਹੁਣ ਉਹਦੇ ਹੋਰ ਵੀ ਕਈ ਸਾਰੇ ਟਾਸਕ ਹੈਗੇ ਨੇ, ਤੁਸੀਂ ਅੱਗੇ ਦੇਖ ਰਹੇ ਹੋ। ਠੀਕ ਹੈ, ਅਗਲੇ ਜਿਹੜੇ ਟਾਸਕ ਹੈ ਉਹਦੇ ਵਿੱਚ ਕੀ ਹੈ ਅਗਲਾ, ਸਟੇਸ਼ਨਰੀ ਕੰਟਰੋਲ। ਬੇਟੇ ਆਫਿਸ ਦੇ ਵਿੱਚ ਸਟੇਸ਼ਨਰੀ ਦਾ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ। ਸਟੇਸ਼ਨਰੀ ਮੀਨਸ ਕਾਗਜ਼, ਠੀਕ ਹੈ, ਇੰਕ, ਹੈ ਨਾ, ਜੋ ਵੀ ਪਿੰਸ ਵਗੈਰਾ ਹੋਰ ਬਹੁਤ ਕੁਝ ਹੁੰਦਾ ਹੈ ਆਫਿਸ ਦੇ ਵਿੱਚ ਕੰਮ ਸਟੇਸ਼ਨਰੀ ਦਾ। ਤਾਂ ਸਾਰੀ ਜਿਹੜੀ ਸਟੇਸ਼ਨਰੀ ਹੈ ਉਹਦੀ ਪਰਚੇਜ਼ ਕਰਨੀ, ਇਸ਼ੂ ਕਰਨਾ, ਵੱਧ ਘੱਟ ਨਾ ਲੱਗ ਜੇ, ਇਹ ਸਾਰਾ ਕੁਝ ਕੰਟਰੋਲ ਕਰਨਾ ਜਿਹੜਾ ਹੈਗਾ ਆਫਿਸ ਮੈਨੇਜਰ ਦਾ ਹੀ ਕੰਮ ਹੁੰਦਾ। ਅਗਲਾ ਹੈ ਸੈਕਟਰੀਅਲ ਸਰਵਿਸਿਜ਼। ਸੈਕਟਰੀਅਲ ਸਰਵਿਸਿਜ਼ ਦੇ ਵਿੱਚ ਇਸ ਤਰ੍ਹਾਂ ਆ ਜਾਂਦਾ ਹੈਗਾ ਕਿ ਜਿਹੜਾ ਕੋਈ ਵੀ ਆਫਿਸ ਮੈਨੇਜਰ ਹੈਗਾ ਉਹਨੇ ਜਿਹੜੀਆਂ ਸਾਰੀਆਂ ਬੁੱਕਸ ਰਿਕਾਰਡ ਵਾਸਤੇ ਰੱਖੀਆਂ ਹੁੰਦੀਆਂ ਨੇ ਉਹ ਉਹਦੀ ਕਸਟਡੀ 'ਚ ਹੁੰਦੀਆਂ ਨੇ, ਮਤਲਬ ਕਿ ਉਹਦੇ ਹੱਥ 'ਚ ਹੁੰਦੀਆਂ ਨੇ, ਮੈਨੇਜਰ ਦੇ ਹੱਥ 'ਚ ਹੁੰਦੀਆਂ ਨੇ। ਤਾਂ ਜਿਹੜਾ ਆਫਿਸ ਮੈਨੇਜਰ ਹੁੰਦਾ ਫਿਰ ਉਹ ਰਿਸਪੌਂਸਿਬਲ ਹੁੰਦਾ ਕਿ ਅਕੋਰਡਿੰਗ ਟੂ ਜਿੰਨੀਆਂ ਵੀ ਕੋਈ ਮੀਟਿੰਗਸ ਹੋਈਆਂ ਨੇ ਜਾਂ ਕੁਝ ਇੱਕਦਮ ਕਿਤੇ ਵੀ ਕੋਈ ਚੀਜ਼ ਦੀ ਵੀ ਜ਼ਰੂਰਤ ਪੈ ਸਕਦੀ ਹੈ ਕਿਸੇ ਵੀ ਰਿਕਾਰਡ ਦੀ। ਠੀਕ ਹੈ, ਤਾਂ ਉਹ ਇੱਕ ਸੰਭਾਲ ਕੇ ਰੱਖਦਾ। ਤਾਂ ਇੱਕ ਤਰ੍ਹਾਂ ਨਾਲ ਉਹ ਜਿਹੜੇ ਆਫੀਸਰਸ ਵੱਡੇ ਨੇ, ਜਿਹੜੀ ਮਾਲਕ ਹੈਗੇ ਨੇ ਜਾਂ ਜਿਹੜਾ ਪ੍ਰੈਜ਼ੀਡੈਂਟ ਹੈਗਾ ਆਰਗੇਨਾਈਜੇਸ਼ਨ ਦਾ, ਠੀਕ ਹੈ, ਜਾਂ CEO ਹੈ, ਉਹਨੇ ਕੋਈ ਵੀ ਮੀਟਿੰਗ ਵਗੈਰਾ ਤੇ ਜਾਣਾ ਤਾਂ ਸਾਰਾ ਰਿਕਾਰਡ ਜਿਹੜਾ ਹੈ ਆਫਿਸ ਮੈਨੇਜਰ ਦੇ ਕੋਲ ਹੁੰਦਾ। ਤਾਂ ਉਹਨੂੰ ਮਤਲਬ ਵਿਦਿਨ ਮਿੰਟਸ ਜਿਹੜਾ ਹੈ ਉਹ ਜਿਹੜਾ ਡਾਟਾ ਜਾਂ ਜਿਹੜੇ ਰਜਿਸਟਰ ਨੇ, ਜਿਹੜੇ ਰਿਕਾਰਡ ਨੇ ਉਹ ਉਹਨੂੰ ਦਿਖਾਣੇ ਪੈਂਦੇ ਨੇ। ਇਹ ਉਹਦੀ ਰਿਸਪੌਂਸਿਬਿਲਟੀ ਹੁੰਦੀ ਹੈ। ਇੱਕ ਤਰ੍ਹਾਂ ਨਾਲ ਸੈਕਟਰੀ ਦਾ ਕੰਮ ਵੀ ਕਰਦਾ ਹੈ, ਜਿਹੜੇ ਮਾਲਕ ਹੁੰਦੇ ਨੇ ਉਹਨਾਂ ਦੇ ਸੈਕਟਰੀ ਦਾ ਕੰਮ ਵੀ ਇਹ ਕਰਦਾ ਹੈ। ਠੀਕ ਹੈ, ਨੈਕਸਟ ਸੈਕਟਰੀਅਲ ਸਰਵਿਸਿਜ਼ ਮੀਨ ਸੈਕਟਰੀ ਦਾ ਕੰਮ ਕਰਦਾ ਹੈ, ਅਸਿਸਟੈਂਟ ਦਾ ਕੰਮ ਕਰਦਾ ਹੈ ਆਫੀਸਰਸ ਦੇ ਲਈ। ਠੀਕ ਹੈ, ਅਗਲਾ ਹੈ ਕੋਸਟਿੰਗ। ਕੋਸਟਿੰਗ ਕੀ ਹੁੰਦਾ ਹੈ, ਕਹਿੰਦੇ ਜਿਹੜੀਆਂ ਛੋਟੀਆਂ ਆਰਗੇਨਾਈਜੇਸ਼ਨਸ ਹੁੰਦੀਆਂ ਨੇ, ਠੀਕ ਹੈ, ਉਹਨਾਂ ਦੇ ਵਿੱਚ ਜਿਹੜਾ ਹੈ ਆਫਿਸ ਮੈਨੇਜਰ ਜਿਹੜੀ ਕੋਸਟ ਵਗੈਰਾ ਆਉਂਦੀ ਹੈ, ਕੰਮ ਕਰਨ ਦਾ ਜਿਹੜਾ ਖਰਚਾ ਆਉਂਦਾ ਹੈਗਾ ਉਹਦੇ ਵੀ ਰਿਕਾਰਡਸ ਜਿਹੜੇ ਆ ਇਹ ਰੱਖਦਾ ਹੈ। ਕਦੀ ਵੀ ਲੋੜ ਪੈ ਸਕਦੀ ਹੈ, ਆਫੀਸਰਸ ਇਹਦੇ ਤੋਂ ਕਦੀ ਵੀ ਮੰਗ ਸਕਦੇ ਆ। ਠੀਕ ਹੈ, ਨੈਕਸਟ ਜਿਹੜਾ ਹੈ ਉਹਦਾ ਕੰਮ ਹੈ ਕਿ ਉਹ ਇੱਕ ਆਰਗੇਨਾਈਜ਼ਰ ਦਾ ਵੀ ਕੰਮ ਕਰਦਾ ਹੈ। ਆਰਗੇਨਾਈਜ਼ਰ ਮੀਨਸ ਕਿ ਜਿਹੜਾ ਵੀ ਆਫਿਸ ਵਰਕ ਹੈਗਾ ਉਹਦਾ ਉਹ ਸਾਰਿਆਂ ਨੂੰ ਜਿਹੜਾ ਹੈ ਅਸਾਈਨ ਕਰਵਾਉਣ ਦਾ ਕੰਮ ਹੈ ਜਿਹੜਾ ਇਹ ਉਹਦਾ ਹੁੰਦਾ ਹੈ ਕਿ ਜਿੰਨੇ ਵੀ ਕੰਮ ਕਰਵਾਣੇ ਨੇ ਉਹ ਕਿਸ ਤੋਂ ਕਰਵਾਣੇ ਨੇ ਉਹਨਾਂ ਨੂੰ ਅਸਾਈਨ ਕਰਨਾ, ਮਤਲਬ ਉਹਨਾਂ ਦੀ ਡਿਊਟੀ ਲਗਾ ਦੇਣੀ ਕੰਮਾਂ ਦੇ ਸੰਬੰਧ ਦੇ ਵਿੱਚ ਕਿ ਕੌਣ ਕਿਹੜਾ ਕੰਮ ਕਰੇਗਾ। ਇਸ ਤਰ੍ਹਾਂ ਦਾ ਕੰਮ ਵੀ ਜਿਹੜਾ ਹੈਗਾ ਆਫਿਸ ਮੈਨੇਜਰ ਕਰਦਾ ਹੈ। ਠੀਕ ਹੈ, ਨੈਕਸਟ ਉਹਦਾ ਕੰਮ ਹੁੰਦਾ ਹੈ ਸੁਪਰਵਾਈਜ਼ਰ ਦਾ। ਠੀਕ ਹੈ, ਉਹ ਸਭ ਦੇ ਕੰਮ ਤੇ ਸੁਪਰਵਿਜ਼ਨ ਵੀ ਰੱਖਦਾ। ਸੁਪਰਵਿਜ਼ਨ ਦਾ ਮਤਲਬ ਨਿਗਾਹ ਰੱਖਦਾ, ਨਜ਼ਰ ਰੱਖਦਾ ਕਿ ਕੌਣ ਕਿੰਨਾ ਕੰਮ ਕਿਸ ਤਰ੍ਹਾਂ ਦਾ ਕੰਮ ਕਰ ਰਿਹਾ, ਕੋਈ ਘੱਟ ਵੱਧ ਤਾਂ ਨਹੀਂ ਕਰ ਰਿਹਾ।
ਇਹ ਸਾਰਾ ਕੁਝ ਜਿਹੜਾ ਉਹ ਚੈੱਕ ਰੱਖਦਾ ਹੈ। ਠੀਕ ਹੈ, ਨੈਕਸਟ ਜਿਹੜਾ ਉਹਦਾ ਹੈਗਾ ਇਹ ਬਹੁਤ ਇੰਪੋਰਟੈਂਟ ਫੰਕਸ਼ਨ ਹੈ, ਭਾਵੇਂ ਏਦਾਂ ਲੱਗਦਾ ਹੈ ਕਿ ਛੋਟਾ ਜਿਹਾ ਹੈਗਾ। ਇਹਦੇ ਚ ਹੈ ਪ੍ਰੋਕਿਉਰਮੈਂਟ ਆਫ ਫਰਨੀਚਰ ਐਂਡ ਇਕਵਿਪਮੈਂਟ। ਜਿੰਨੇ ਵੀ ਫਰਨੀਚਰ ਦੀ ਜ਼ਰੂਰਤ ਹੈ ਬੇਟੇ, ਜਿਨ੍ਹਾਂ ਨੇ ਆਫਿਸ ਚ ਕੰਮ ਕਰਨਾ ਹੈ ਜਾਂ ਕਿਤੇ ਵੀ ਕੰਮ ਕਰਨਾ ਹੈ, ਉਹਨਾਂ ਨੂੰ ਫਰਨੀਚਰ ਦੀ ਜ਼ਰੂਰਤ ਪਏਗੀ। ਚੇਅਰ ਟੇਬਲ ਜਾਂ ਕੋਈ ਵੀ ਚੀਜ਼ ਦੀ ਜ਼ਰੂਰਤ ਹੈ, ਜਾਂ ਜਿਵੇਂ ਜਿੱਥੇ ਮਸ਼ੀਨਾਂ ਵੀ ਲੱਗੀਆਂ ਹੋਈਆਂ ਨੇ ਉੱਥੇ ਵੀ ਜਿਹੜਾ ਹੈਗਾ ਕਿ ਸਮਾਨ ਚੁੱਕਣ ਵਾਸਤੇ ਕਿਸੇ ਮਸ਼ੀਨ ਦੀ ਜ਼ਰੂਰਤ ਹੈ, ਰੱਖਣ ਵਾਸਤੇ ਜ਼ਰੂਰਤ ਹੈਗੀ ਹੈ, ਜਾਂ ਜਿਵੇਂ ਆਪਾਂ ਪੈਕਿੰਗ ਹੀ ਕਰਨੀ ਹੋਏ ਤਾਂ ਟੇਪਸ ਦੀ ਜ਼ਰੂਰਤ ਹੈ, ਜਾਂ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ, ਜਾਂ ਕਟਿੰਗ ਟੂਲਸ ਦੀ ਜ਼ਰੂਰਤ ਹੈਗੀ ਹੈ। ਠੀਕ ਹੈ, ਕੁਝ ਵੀ ਜਿਹੜਾ ਚਾਹੀਦਾ ਹੈਗਾ, ਕੋਈ ਵੀ ਇਕਵਿਪਮੈਂਟ ਜਾਂ ਫਰਨੀਚਰ ਜਿਹੜਾ ਹੈਗਾ ਚਾਹੀਦਾ, ਉਹ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਰਾ ਖਰੀਦਣਾ ਔਰ ਇਸ਼ੂ ਕਰਨਾ। ਠੀਕ ਹੈ, ਤੇ ਉਹਦਾ ਧਿਆਨ ਰੱਖਣਾ। ਠੀਕ ਹੈ, ਨੈਕਸਟ ਜਿਹੜਾ ਹੈਗਾ ਉਹਦਾ ਇੱਕ ਫੰਕਸ਼ਨ ਹੈ, ਉਹ ਹੈ ਹਿਊਮਨ ਰਿਲੇਸ਼ਨਸ। ਹਿਊਮਨ ਰਿਲੇਸ਼ਨਸ ਮੀਨਸ ਇਨਸਾਨਾਂ ਦੇ ਜਿਹੜੇ ਹੈ ਰਿਲੇਸ਼ਨ ਸੰਬੰਧ। ਠੀਕ ਹੈ, ਇਹ ਬਣਾ ਕੇ ਰੱਖਦਾ ਹੈ। ਇਹ ਕਿਉਂਕਿ ਜਿਹੜਾ ਆਫਿਸ ਹੁੰਦਾ ਨਾ ਬੇਟੇ, ਉਹਨੇ ਸਿਰਫ ਆਊਟਸਾਈਡ ਵੀ ਜਿਹੜੇ ਲੋਕ ਹੈਗੇ ਨੇ ਆਰਗੇਨਾਈਜੇਸ਼ਨ ਦੇ, ਤੇ ਇਨਸਾਈਡ ਵੀ ਨੇ, ਅੰਦਰ ਵੀ ਜਿਹੜੇ ਨੇ, ਅੰਦਰ ਕੌਣ ਨੇ, EMPLOYEES ਨੇ, ਬਾਹਰ ਕੌਣ ਨੇ, ਕਸਟਮਰਸ ਨੇ, ਜਾਂ ਹੋਰ ਸਪਲਾਇਰਸ ਨੇ, ਜਾਂ ਪਬਲਿਕ ਹੈ। ਠੀਕ ਹੈ, ਜਾਂ ਗਵਰਨਮੈਂਟ ਹੈ। ਉਹਨਾਂ ਸਾਰਿਆਂ ਨਾਲ ਜਿਹੜੇ ਰਿਲੇਸ਼ਨਸ ਬਣਾਣੇ ਆ, ਅੱਛੇ ਰਿਲੇਸ਼ਨਸ ਬਣਾ ਕੇ ਰੱਖਣੇ ਹੁੰਦੇ ਨੇ। ਜਿਸ ਤਰ੍ਹਾਂ ਕਿ ਕਿਸੇ ਨੇ ਕੋਈ ਇਨਕੁਆਇਰੀ ਕੀਤੀ ਹੈ ਤਾਂ ਉਹਦਾ ਅੱਛੀ ਤਰ੍ਹਾਂ ਜਵਾਬ ਦੇਣਾ। ਜੇ ਗਵਰਨਮੈਂਟ ਨੇ ਕੋਈ ਕਾਨੂੰਨ ਬਣਾਇਆ ਤਾਂ ਉਹਦੇ ਅਕੋਰਡਿੰਗਲੀ ਆਰਗੇਨਾਈਜੇਸ਼ਨ ਨੂੰ ਸੈੱਟ ਕਰਨਾ। ਠੀਕ ਹੈ, ਜੇ EMPLOYEES ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹ ਵੀ ਜਿਹੜਾ ਹੈ ਅੱਛੀ ਤਰ੍ਹਾਂ ਉਹਦੇ ਨਾਲ ਡੀਲ ਕਰਨਾ। ਇਹਨੂੰ ਕਹਿੰਦੇ ਨੇ ਗੁੱਡ ਹਿਊਮਨ ਰਿਲੇਸ਼ਨਸ ਬਣਾਉਣਾ ਵੀ ਉਹਦਾ ਕੰਮ ਹੁੰਦਾ ਹੈ। ਠੀਕ ਹੈ, ਨੈਕਸਟ ਜਿਹੜੇ ਕੁਝ ਛੋਟੇ ਛੋਟੇ ਹੋਰ ਵੀ ਫੰਕਸ਼ਨਸ ਹੈਗੇ ਨੇ, ਜਿਵੇਂ ਕਿ ਆਫਿਸ ਦਾ এনवायरमेंट ਠੀਕ ਰੱਖਣਾ। ਠੀਕ ਹੈ, ਸੇਫਟੀ ਦਾ ਧਿਆਨ ਰੱਖਣਾ ਇਹਦੇ ਵਿੱਚ ਇੱਕ ਹੈਗਾ। ਠੀਕ ਹੈ, ਕਿ ਹਰ ਚੀਜ਼ ਜਿਹੜੀ ਹੈ ਸੇਫ ਰਹੇ, ਖਰਾਬ ਨਾ ਹੋਏ। ਠੀਕ ਹੈ, ਜਿਵੇਂ ਬਿਲਡਿੰਗ ਹੈ ਜਾਂ ਕੁਝ ਹੋਰ ਹੈ, ਉਹਨੂੰ ਉਹਦਾ ਧਿਆਨ ਰੱਖਣਾ, ਰਿਪੇਅਰਸ ਕਰਵਾਉਣੀਆਂ। ਠੀਕ ਹੈ, ਇਸ ਤਰ੍ਹਾਂ ਦੇ ਵੀ ਕੰਮ ਜਿਹੜੇ ਆ ਉਹਨੇ ਬਹੁਤ ਸਾਰੇ ਕਰਨੇ ਹੁੰਦੇ ਨੇ। ਠੀਕ ਹੈ, ਸੋ these were some functions. These were the some functions of office. ਤਾਂ ਪੁੱਛ ਸਕਦੇ ਹੋ।